ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ ਐਡੀਟੇਡ ਤੇ ਬੁਲਟਨ ਦੀ ਸ਼ੁਰੂਆਤ ਕਰ ਲੈਨੇ ਆ ਬਿਹਾਰ ਵਿਧਾਨ ਸਭਾ ਚੋਣਾਂ ਤੋਂ। ਬਿਹਾਰ ਵਿੱਚ ਪਹਿਲੇ ਗੇੜ ਦੀ ਵੋਟਿੰਗ ਖਤਮ ਹੋ ਚੁੱਕੀ ਹੈ। 10 ਜ਼ਿਲ੍ਹਿਆਂ ਵਿੱਚ 49 ਸੀਟਾਂ ਤੇ ਵੋਟਿੰਗ ਹੋਈ ਹੈ। ਸਵੇਰੇ 7 ਵਜੇ ਸ਼ੁਰੂ ਹੋਈ ਵੋਟ ਪ੍ਰਕਿਰਿਆ ਦੇ ਅੰਤ ਤੱਕ ਕਰੀਬ 60% ਦੀ ਵੋਟਾਂ ਪਾਈਆਂ ਗਈਆਂ। ਵੋਟਰ ਲੰਬੀਆਂ ਕਤਾਰਾਂ ਵਿੱਚ ਖੜ ਕੇ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪਹਿਲੇ ਗੇੜ ਵਿੱਚ ਰਾਜ ਦੇ 10 ਜ਼ਿਲ੍ਹਿਆਂ समस्तीपुर, बेगूसराय, खगड़िया, बांका, मुंगेर, लखीसराय, शेखुपुरा, नवादा ਅਤੇ ਜਮੋਈ ਦੇ ਕੁੱਲ 49 ਵਿਧਾਨ ਸਭਾ ਖੇਤਰਾਂ ਵਿੱਚ ਵੋਟ ਪਾਏ ਗਏ, ਜਿਸ ਦੇ ਲਈ ਕੁੱਲ 586 ਉਮੀਦਵਾਰ ਮੈਦਾਨ ਵਿੱਚ ਨੇ। ਜ਼ਿਆਦਾਤਰ ਵਿਧਾਨ ਸਭਾ ਖੇਤਰਾਂ ਵਿੱਚ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਪਈਆਂ। रणजी ट्रॉफी विच आंध्र प्रदेश टीम वालों खेड चुकी महिला क्रिकेट खिडारी दुर्गा पवानी ने आत्म हत्या कर ली। 25 साला महिला क्रिकेट खिडारी दुर्गा पवानी वालों आत्म हत्या किए जाने के कारणों की पुष्टि नहीं हो पाई है। लाश नूं पोस्टमार्टम लई भेज दिता गया है। पुलिस ने हुण तक पवानी के पति सत्या प्रकाश का बयान दर्ज नहीं किया है। दस दईए कि सत्या प्रकाश खेड संपादक ने। महिला क्रिकेट खिडारी दुर्गा पवानी वालों आत्म हत्या करने पिछे की कारण सन, इसकी पुलिस वालों गंभीरता नाल जांच शुरू कर दी गई है। कुरुक्षेत्र तो संसद मैंबर राजकुमार सैनी ने कहा कि वातावरण और समाज नूं साफ सुथरा ते शुद्ध बनाउण लई सारिआं दी जवाबदेही जरूरी है। जदों तक स्वच्छता प्रति जिम्मेदारी तय नहीं की जाती, उदों तक स्वच्छता अभियान नूं पूर्णता अमली जामा नहीं पहनाया जा सकता। का जो सिस्टम है उस सिस्टम को चेंज करने के लिए हम पूरा प्रयास कर रहे हैं और ये 60 सालों की बिगड़ी हुई आदतें हैं। इन आदतों को ठीक करने में अगर कोई कहे कि 60 साल का काम 1 साल में हो जाए तो कम से कम इन 60 महीने का समय हमने आपसे मांग रखा है कि जो काम 60 साल में नहीं हुआ 60 महीने में करके हम पूर्णतः इस देश को भी स्वच्छ करेंगे और मनों से भी गंदगी साफ करेंगे और लोगों की भावनाओं के साथ जुड़ करके लोगों के अंदर ये चेष्टा पैदा करेंगे कि भैया आप अपने घर को, अपने अपने आंगन को, अपने अपनी गलियों को आप खुद साफ रखें। ਤੇ ਰੁਕ ਕਰ ਲੈਨੇ ਹੁਣ ਪੰਜਾਬ ਵੱਲ। ਰੋਪੜ ਨੰਗਲ ਮਾਰਗ ਤੇ ਕਨੌਲੀ ਬੈਰੀਅਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਟਰਾਲੇ ਨੇ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਨੌਜਵਾਨ ਆਪਣੇ ਖੇਤਾਂ ਵਿੱਚੋਂ ਪੱਠੇ ਲੈ ਕੇ ਘਰ ਨੂੰ ਆ ਰਿਹਾ ਸੀ ਕਿ ਇੱਕ ਰੋਪੜ ਤੋਂ ਕਨੌਲੀ ਵੱਲ ਆ ਰਹੇ ਟਰਾਲੇ ਨੇ ਇਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮ੍ਰਿਤਕ ਪਿੰਡ ਬੜੀ ਥਲੀ ਦਾ ਰਹਿਣ ਵਾਲਾ ਸੀ। ਪੁਲਿਸ ਨੇ ਟਰਾਲੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ कार्रवाई शुरू कर दी है। सरहद ते नशा तस्करी ਦੀਆਂ ਵਾਰਦਾਤਾਂ ਨਵੀਆਂ ਨਹੀਂ ਨੇ। ਤਾਜ਼ਾ ਮਾਮਲੇ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ BSF ਨੇ ਉੱਤਰ ਧਾਰੀਵਾਲ ਦੇ ਇਲਾਕੇ ਚੋਂ 6 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। BSF ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਰਾਤ ਸਮੇਂ ਕੁਝ ਹਰਕਤ ਵੇਖਣ ਨੂੰ ਮਿਲੀ, ਜਿਸ ਨੂੰ ਵੇਖਦਿਆਂ ਪੈਟਰੋਲਿੰਗ ਕਰ ਰਹੀ ਟੁਕੜੀ ਦੇ ਜਵਾਨਾਂ ਨੇ ਤਸਕਰਾਂ ਨੂੰ ਲਲਕਾਰਿਆ, ਜਿਸ ਉਪਰੰਤ ਤਸਕਰ ਦੌੜਨ ਵਿੱਚ ਕਾਮਯਾਬ ਰਹੇ, ਪਰ ਭਾਰਤ ਵਾਲੇ ਪਾਸਿਓਂ ਉਹਨਾਂ ਦੀ ਸੁੱਟੀ ਤਕਰੀਬਨ 6 ਕਿਲੋ ਹੈਰੋਇਨ ਬਰਾਮਦ ਹੋ ਗਈ, जिस दी बाजारी कीमत 30 करोड़ रुपए दसी जा रही है। उन्होंने एक पैकेट पहले फेंका और हमारा जवान उसमें इंतजार करता रहा। देन थोड़ी देर बाद उन्होंने 2 पैकेट और रिलीज किए। थ्रोइंग मेथड अडॉप्ट किया गया था और थ्रोइंग के बाद वो ये उम्मीद करते थे कि सुबह में किसी वक्त में किसान आकर के उसको या जो भी स्मगलर है वो उसको क्लियर करेगा। ये 6 किलो का ये कंसाइनमेंट है और ये बताता है कि बावजूद इसके कि इस मौसम में उनको छुपाव आड़ मिलने लग गई है, लेकिन उसके बावजूद फेंस पर अपने ओल्ड मॉडस ऑपरेंडी को अडॉप्ट करने की वो हिम्मत नहीं कर पा। ਮੋਗਾ ਦੇ ਪਿੰਡ ਫਤਿਹਗੜ੍ਹ ਵਿੱਚ ਪਿਛਲੇ ਮਹੀਨੇ ਡੇਰਾ ਬਿਆਸ ਦੇ ਚੌਕੀਦਾਰ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਕਰਨ ਵਾਲੇ 2 ਦੋਸਤਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਜਾਣਕਾਰੀ ਮੁਤਾਬਿਕ ਚੌਕੀਦਾਰ ਦੀ ਹੱਤਿਆ ਦਾ ਕਾਰਨ ਇਹ ਸੀ ਕਿ ਬੋਹੜ ਸਿੰਘ ਬਿਆਸ ਡੇਰੇ ਵਿੱਚ ਚੌਕੀਦਾਰ ਸੀ ਅਤੇ ਉਸ ਨੂੰ ਡੇਰੇ ਚੋਂ ਕੱਢ ਦਿੱਤਾ ਗਿਆ ਸੀ। ਇਸੇ ਰੰਜਿਸ਼ ਦੇ ਕਾਰਨ ਬੋਹੜ ਸਿੰਘ ਨੇ ਆਪਣੇ ਦੋਸਤ ਬਲਜਿੰਦਰ ਨਾਲ ਮਿਲ ਕੇ ਗੁਰਪਾਲ ਸਿੰਘ ਦੀ ਹੱਤਿਆ ਕਰ ਦਿੱਤੀ। ਫਿਲਹਾਲ ਦੋਨਾਂ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। एक लड़का है बोहड़ सिंह पिंड ठूठगढ़ थाना धर्मकोट, एक बलजिंदर सिंह लड़का नाल ਉਹਦੇ ਉਹ ਪੌੜੀ ਵਾਲਾ ਪਿੰਡ ਧਰਮकोट ਦੇ ਵਿੱਚ। ਇਹਨਾਂ ਦੋਨਾਂ ਨੇ ਮਿਲ ਕੇ ਉਹਦਾ ਉੱਥੇ ਰਾੜ ਦੇ ਨਾਲ ਕਤਲ ਕੀਤਾ ਸੀਗਾ। ਵਜ੍ਹਾ ਰੰਜਿਸ਼ ਇਹ ਸੀ ਜਿਹੜਾ ਬੋਹੜ ਸਿੰਘ ਆ ਦਾ ਦਾਦਾ ਉੱਥੇ ਬੱਗਣ ਸਿੰਘ ਪਹਿਲਾਂ ਚੌਕੀਦਾਰ ਦਾ ਕੰਮ ਕਰਦਾ ਸੀ ਉਸੇ ਡੇਰੇ ਦੇ ਵਿੱਚ, ਤੇ ਉੱਥੋਂ ਉਹਨਾਂ ਨੇ ਉਹਨਾਂ ਨੂੰ ਮਿਸਬਿਹੇਵ ਕਰਦਾ ਹੁਣ ਉੱਥੇ ਕੱਢਤਾ ਸੀ। ਡੇਰੇ ਵਾਲਿਆਂ ਨੇ ਕਮੇਟੀ ਨੂੰ ਕੱਢਤਾ ਸੀ। ਇਸੇ ਵਜ੍ਹਾ ਨੂੰ ਲੈ ਕੇ ਉਹਨੂੰ ਇੱਕ ਵਾਰ ਧਮਕੀ ਵੀ ਦੇ ਕੇ ਗਏ ਸੀ, ਅਸੀਂ ਸਮਝ ਲਾਂਗੇ। ਉਸੇ ਰੰਜਿਸ਼ ਦੇ ਵਿੱਚ ਇਹਨਾਂ ਨੇ ਜਿਹੜੇ ਮੁੰਡੇ ਨਾਲ ਆਪਣੇ ਦੋਸਤ ਨੂੰ ਨਾਲ ਲਿਜਾ ਕੇ ਇਹਦਾ ਕਤਲ ਕੀਤਾ। ਪਟਿਆਲਾ ਦੇ ਕਾਲਜ ਆਫ ਮੈਨੇਜਮੈਂਟ ਵਿਖੇ MBA ਭਾਗ 2 ਦੇ ਵਿਦਿਆਰਥੀਆਂ ਨੇ MBA ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਫਰੈਸ਼ਰ ਪਾਰਟੀ ਦਿੱਤੀ। ਫਰੈਸ਼ਰ ਪਾਰਟੀ ਵਿੱਚ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਪੰਜਾਬੀ ਤੇ ਪੱਛਮੀ ਸੱਭਿਆਚਾਰ ਨਾਲ ਜੁੜੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਪਾਰਟੀ ਦੌਰਾਨ ਮੁਕਾਬਲਿਆਂ ਵਿੱਚੋਂ ਅਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਮਿਸਟਰ CMT ਤੇ ਵਿਦਿਆਰਥਣ ਨੂੰ ਮਿਸ CMT ਚੁਣਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਚੜ੍ਹਦੀ ਕਲਾ ਅਦਾਰੇ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੇ ਸ਼ਿਰਕਤ ਕੀਤੀ। ਪਾਰਟੀ ਵਿੱਚ ਹਾਜ਼ਰ ਪਤਵੰਤਿਆਂ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮਾਂ ਦਾ ਖੂਬ ਆਨੰਦ ਮਾਣਿਆ। ਪਾਰਟੀ ਸਮਾਗਮ ਦੌਰਾਨ ਚੜ੍ਹਦੀ ਕਲਾ ਟਾਈਮ TV ਦੇ ਡਾਇਰੈਕਟਰ ਸਤਬੀਰ ਸਿੰਘ ਦਰਦੀ, ਡਾਕਟਰ ਗੁਲੀਨ ਕੌਰ ਦਰਦੀ ਵੀ ਖਾਸ ਤੌਰ ਤੇ ਹਾਜ਼ਰ ਰਹੇ। ਸਮਾਗਮ ਦਾ ਆਰੰਭ ਗੁਰਸ਼ਬਦ ਦੇ ਗਾਇਨ ਨਾਲ ਕੀਤਾ ਗਿਆ। ਇਸ ਮੌਕੇ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਹੋਰ ਮਹਿਮਾਨਾਂ ਦਾ ਬੁਕੇ ਦੇ ਕੇ ਖਾਸ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਸਰਦਾਰ ਦਰਦੀ ਨੇ ਕਿਹਾ ਕਿ ਜਿਹੜਾ ਵਿਦਿਆਰਥੀ ਕਾਲਜ ਲਾਈਫ ਤੱਕ ਪਹੁੰਚਦਾ ਹੈ ਉਸ ਲਈ ਦੁਨੀਆ ਨਾਲ ਜੁੜਨ ਦਾ ਮੌਕਾ ਵੱਧ ਹੁੰਦਾ ਹੈ। ਸਰਦਾਰ ਦਰਦੀ ਨੇ ਆਪਣੀ ਕਾਲਜ ਲਾਈਫ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਅੱਜ ਦਾ ਯੁੱਗ ਮਲਟੀਮੀਡੀਆ ਦਾ ਯੁੱਗ ਹੈ, ਜਿਸ ਦੇ ਨਾਲ-ਨਾਲ ਚੱਲ ਕੇ ਵਧੀਆ ਲੀਡਰਸ਼ਿਪ ਦੇ ਸਕਦੇ ਆ। ਉਹਨਾਂ ਕਾਲਜ ਆਫ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਤਾਰੀਫ ਕਰਦਿਆਂ ਉਹਨਾਂ ਦੇ ਉਜਵਲ ਭਵਿੱਖ ਦੀ ਮਨੋਕਾਮਨਾ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਸਫਲਤਾ ਹਾਸਲ ਕਰਨ ਦੇ ਗੁਰ ਮੰਤਰ ਵੀ ਦਿੱਤੇ। ਸਮੁੱਚੇ ਤੌਰ ਤੇ ਅਮਿੱਟ ਛਾਪ ਛੱਡਦੀ ਹੋਈ ਇਹ ਫਰੈਸ਼ਰ ਪਾਰਟੀ ਸਮਾਪਤ ਹੋਈ। इतनी शानदार फ्रैशर पार्टी का आयोजन किया है। इस फ्रैशर पार्टी में जिते तुसी दूजे नूं मिल के उसदियां कलावां, उसदे हुनर नूं, उसदी परफॉर्मेंस नूं देखोगे तो बड़ा आपस में प्यार बढ़ेगा, मिलवर्तन बढ़ेगा, एक दूसरे प्रति थोड़ी रिस्पेक्ट की भावना बढ़ेगी। साढ़े स्टूडेंट इस नवे युग के महापुरुष हैं। तुसी इस नवे युग दे विच मल्टीमीडिया राही जो इनकलाब लैके आना है उसका तुहानूं एहसास होना चाहिए है कि तुसी किस तरह की लीडरशिप, किस तरह के वधिया लीडर बन के अज देश और कौम के सामने तुसी पेश होना है। मैं बड़े मान नाल, बड़ी खुशी नाल अज तुहाडी फ्रैशर पार्टी विच शामिल होया हाँ ते मैनूं खुशी हो रही है जदों मेरी बेटी गुरलीन कौर राशी मैंने दसदी है कि इस साल साढ़े कॉलेज में जो स्टूडेंट आए हैं वो बहुत बढ़िया स्टूडेंट हैं और सारे स्टूडेंट्स नूं कहती मैं नहीं जला के देखा है तो मैनू ये बच्चे बहुत प्यारे तो बहुत अच्छे लगे हैं। मेरा दिल इन्ना खुश होया कि असीं सचमुच ही इन्हां बच्चों को जो ट्रेन करांगे, इन्हां को जो मैसेज देवांगे, ये साडी गल नूं ग्रहण करनगे अते साडी गल्लां नूं अपने मन मंत्र में चाती मार के देख के अपने जीवन में अडाप्ट करेंगे तो असीं यकीन नाल गल कह सकते हैं कि CMT कॉलेज के स्टूडेंट बाकी सारे कॉलेज के स्टूडेंट नालों वधिया स्टूडेंट बन के अपनी सोसाइटी में जाएंगे। On behalf of the management, my colleagues and senior students of the college, I welcome the new students. So you have made the right choice to become a part of the college, and from my experience I can say that you will be benefited by senior students and facilities of the college. This party or platform is to make acquaintance with juniors and share their experience with them. I hope the senior students will extend all type of cooperation to their juniors and will be readily available for any type of help. गांधी साहब ने हमेशा ही दिलों ख्वाहिश रही है
कि जो भी स्टूडेंट साढ़े को आन वो अपने कैरियर अपनी लाइफ बहुत तरक्की कर। और जिन्हें गर्दी साहब ने पहला दसिया है कि जितने भी हिंदुस्तान के किसी भी हाईएस्ट सोसाइटी के इन्होंने मौका मिलता है, इन्होंने हमेशा एक ख्वाहिश होती है कि असी कोई ना कोई स्कीम ऐसा भी इंट्रोड्यूस करिए या ऐसा भी असी लभीए जिस साढ़े बच्चे का फ्यूचर जो है वो ब्राइट होए और बच्चों को जी है मैक्सीमम एम्प्लॉयमेंट मिले। तो हम इन्होंने दसिया कि उन्हें जो इन्होंने मीटिंग की तो जो भी स्कीम इन्होंने दसी गई इन्होंने इमीडिएटली आके इंप्लीमेंट करने की कोशिश की। मैं तुम सारे CMT ज्वाइन करने बहुत बहुत ਤੇ ਰੁਕ ਕਰ ਲੈਂਦੇ ਹੁਣ ਦਿੱਲੀ ਵੱਲ। ਦਿੱਲੀ ਵਿਖੇ ਸੱਦੀ ਗਈ ਪੰਥਕ ਕਨਵੈਨਸ਼ਨ ਦੇ ਭਰਵੇਂ ਇਕੱਠ ਨੇ ਡੇਰਾ ਮੁਖੀ ਨੂੰ ਜਥੇਦਾਰ ਸਾਹਿਬਾਨਾਂ ਵੱਲੋਂ ਦਿੱਤੀ ਗਈ ਮਾਫੀ ਦੇ ਫੈਸਲੇ ਨੂੰ ਰੱਦ ਕਰਨ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਨਾਲ ਹੀ ਸਿੱਖੀ ਸਿਧਾਂਤਾਂ ਦੀ ਰੋਸ਼ਨੀ ਵਿੱਚ ਸਰਬੱਤ ਖਾਲਸਾ ਸੱਦੇ ਜਾਣ ਦੀ ਵਕਾਲਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੱਦੇ ਤੇ ਸੱਦੀ ਗਈ ਇਸ ਪੰਥਕ ਕਨਵੈਨਸ਼ਨ ਵਿੱਚ ਦਿੱਲੀ ਤੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਆਏ ਤਕਰੀਬਨ ਸਾਰੇ ਬੁਲਾਰਿਆਂ ਨੇ ਗੰਭੀਰ ਮੁਸ਼ਕਲਾਂ ਵਿੱਚ ਫਸੀ ਕੌਮ ਦੀ ਬੇੜੀ ਨੂੰ ਬਾਹਰ ਕੱਢਣ ਲਈ ਇਕਜੁੱਟਤਾ ਦੀ ਲੋੜ ਤੇ ਵਧੇਰੇ ਜ਼ੋਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਮਾਮਲੇ ਨਾਲ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਨੇ। ਇਸ ਮੌਕੇ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ, ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਕੁਲਦੀਪ ਸਿੰਘ ਦਮਦਮੀ ਟਕਸਾਲ, ਜਗਦੀਸ਼ ਸਿੰਘ ਢਿੰਡਲ ਸਮੇਤ ਕਈ ਵਿਦਵਾਨਾਂ ਤੇ ਸਿੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ। ਦੱਸਿਆ ਜਾਂਦਾ ਸਾਨੂੰ ਰਾਮ ਰਹੀਮ ਦੀ ਚਿੱਠੀ ਆਈ ਹੈ, ਫਿਰ ਜਥੇਬੰਦੀਆਂ ਨੂੰ ਕੀਤਾ ਜਾਂਦਾ ਚਿੱਠੀ ਆਈ ਇਸ ਤੇ ਫੈਸਲਾ ਫਲਾਣੀ ਤਰੀਕ ਨੂੰ ਕਰਨਾ ਹੈ। ਕਿਹੜੀ ਚਿੱਠੀ ਭੇਜੀ, ਕਿਹੜਾ ਪ੍ਰੈਸ ਨੂੰ ਦੱਸਿਆ, ਕਿਹੜੀਆਂ ਜਥੇਬੰਦੀਆਂ ਨੂੰ ਤੁਸੀਂ ਬੁਲਾਇਆ ਗਿਆ, ਐਲਾਨ ਕਰਤਾ 3 ਪ੍ਰੈਸ ਵਾਊਟਰ ਬੁਲਾ ਕੇ ਇਹ ਲੋ ਜੀ ਆ ਪਰਚਾ ਨੂੰ ਮਾਫ ਕਰਤਾ ਗਿਆ। ਇਹਨੂੰ ਤੁਸੀਂ ਹੁਕਮਨਾਮਾ ਮੰਨਦੇ ਕਿਉਂ, ਮੈਂ ਪੁੱਛਣਾ ਚਾਹੁੰਦਾ ਕਿਉਂ ਹੁਕਮਨਾਮਾ ਮੰਨਦੇ ਹੋ? ਜਥੇਦਾਰ ਸਾਹਿਬ ਬੈਠਣ ਕਰਨ ਨਾ, ਪਹਿਲੀ ਗੱਲ ਕਿ ਪ੍ਰੈਸ ਨੂੰ ਉਸ ਤੋਂ ਬਾਅਦ ਬਰੀਫ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਅਕਾਲ ਤਖਤ ਦੀ ਤਹਿਸੀਲ ਤੇ ਆ ਕੇ ਉਹ ਐਲਾਨ ਕਰ ਦੇਣਗੇ ਅੱਜ ਦੇ ਫੈਸਲੇ ਦੇ ਵਿੱਚ ਅਸੀਂ ਇਹ ਫੈਸਲੇ ਲਏ। ਕੀ ਅਕਾਲ ਤਖਤ ਤੋਂ ਇਹ ਫੈਸਲਾ ਸੁਣਾਇਆ ਗਿਆ ਉਸ ਦਿਨ? ਜਿਹੜਾ ਅਕਾਲ ਤਖਤ ਤੋਂ ਫੈਸਲਾ ਸੁਣਾਇਆ ਹੀ ਨਹੀਂ ਗਿਆ ਉਸ ਦਾ ਕਿਵੇਂ ਹੁਕਮ ਹੋ ਗਿਆ ਜੀ? ਅਸੀਂ ਸਾਰਿਆਂ ਗਲਤੀ ਕੀਤੀ ਹੈ। ਹੁਕਮ ਕਰਦਾ ਜਥੇਦਾਰ, ਹੁਕਮ ਕਰਦਾ ਗੁਰਦੁਆਰੇ ਦਾ ਗ੍ਰੰਥੀ, ਅਸੀਂ ਗੁਰਦੁਆਰੇ ਦਾ ਗ੍ਰੰਥੀ ਨੂੰ ਗ੍ਰੰਥ ਸਾਹਿਬ ਮੰਨ ਲਿਆ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਅਕਾਲ ਤਖਤ ਮੰਨ ਲਿਆ। ਇਹ ਭੁਗਤਣਾ ਸੀ ਨਾ ਅਸੀਂ ਜਿਸ ਵਕਤ ਅਸੀਂ ਕੂਕਦੇ ਸਾਂ। ਜੇ ਸਾਡਾ ਸਾਥ ਦਿੰਦੇ ਇਹ ਅੱਜ ਦੇਖਣ ਨੂੰ ਨਜ਼ਾਰਾ ਨਾ ਮਿਲਦਾ। ਉਧਰ ਇਸ ਪੰਥਕ ਕਨਵੈਨਸ਼ਨ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੱਦੀ ਗਈ ਪੰਥਕ ਕਨਵੈਨਸ਼ਨ ਨੂੰ ਸਿੱਖ ਕੌਮ ਵਿੱਚ ਆਪਸੀ ਮਤਭੇਦ ਗਹਿਰੇ ਕਰਨ ਦੀ ਦਿਸ਼ਾ ਵਿੱਚ ਸੰਨੇ ਦੀ ਦੋਹਰੀ ਨੀਤੀ ਐਲਾਨਿਆ ਹੈ। ਕਮੇਟੀ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਸਰਨਾ ਦੇ ਮੌਜੂਦਾ ਵਿਹਾਰ ਨੂੰ ਕਾਂਗਰਸ ਪਾਰਟੀ ਦੀ ਸ਼ਹਿ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਉਣ ਦੀ ਸਾਜ਼ਿਸ਼ ਦਾ ਹਿੱਸਾ ਦੱਸਿਆ। ਇਸ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਮੈਂਬਰ ਕੁਲਮੋਹਨ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਰਨਾ ਦੇ ਪੰਥਕ ਕਨਵੈਨਸ਼ਨ ਮੌਕੇ ਲਾਏ ਗਏ ਦੋਸ਼ਾਂ ਨੂੰ ਝੂਠ ਦੀ ਭੰਡ ਐਲਾਨਿਆ। ਮੈਂ ਇੱਕ ਗੱਲ ਪੁੱਛਦਾ ਕਿ ਤੁਹਾਨੂੰ ਕਿਹਨੇ ਰੋਕਿਆ ਸੀ? ਤੁਸੀਂ ਕਿਉਂ ਨਹੀਂ ਪ੍ਰੋਟੈਸਟ ਕੀਤਾ ਰੋਡਾਂ ਤੇ ਆ ਕੇ? ਤੁਸੀਂ ਕਿਉਂ ਨਹੀਂ ਸੈਂਸਰ ਬੋਰਡ ਦੇ ਬਾਹਰ ਧਰਨੇ ਦਿੱਤੇ? ਤੁਸੀਂ ਕਿਉਂ ਨਹੀਂ ਪਿਛੜਾ ਹੋਣ ਦੇ ਬਾਅਦ ਆ ਕੇ ਧਰਨੇ ਦਿੱਤੇ? ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਅੰਡਰ ਹੈਂਡ ਗੇਮ ਚੱਲ ਰਹੀ ਆ ਔਰ ਇਹ ਸਿਰਫ ਬਾਦਲ ਸਾਹਿਬ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਇਹ ਸਮਝ ਨਹੀਂ ਆ ਰਹੀ ਕਿ ਬਾਦਲ ਸਾਹਿਬ ਬਾਰੇ ਜੋ ਇਹ ਮੁਖਾਲਫਤ ਬਿਆਨਬਾਜ਼ੀ ਕਰ ਰਹੇ ਆ ਔਰ ਜੋ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਾਰਜ ਕਰ ਰਹੀ ਆ ਉਸ ਤੋਂ ਇਹ ਪਰੇਸ਼ਾਨ ਨੇ। ਮੈਂ ਸਰਨਾ ਸਾਹਿਬ ਲਗੇ ਹੱਥ ਜੋੜ ਕੇ ਬੇਨਤੀ ਕਰਨਾ ਕਿ ਇਹੋ ਜੀ ਕੰਮ ਕਰਕੇ ਸੰਗਤ ਨੂੰ ਤੁਸੀਂ ਗੁੰਮਰਾਹ ਨਾ ਕਰੋ। ਅਕਾਲ ਤਖਤ ਸਾਹਿਬ ਨੇ ਜੋ ਫੈਸਲਾ ਲਿਆ ਹੈ ਉੱਥੇ ਜੋ ਪੁਨ ਵਿਚਾਰ ਲਈ ਜੋ ਕਮੇਟੀ ਬਣ ਰਹੀ ਹੈ ਉਹਦੀ ਵੇਟ ਕਰੋ। ਜਿਹੜੇ ਬਾਬਾ ਰਾਮ ਰਹੀਮ ਦੀ ਜਿਹੜੀ ਫਿਲਮ ਲੱਗੀ ਅਸੀਂ ਮੰਨਦੇ ਆ, ਤੁਸੀਂ ਸਾਡਾ ਪੋਸਟਰ ਵੀ ਲਗਾਇਆ ਆਪਣੇ, ਸਾਡੀ ਫੋਟੋ ਵੀ ਲਗਾਈ ਆਪਣੇ ਪੋਸਟਰ ਤੇ। ਅਸੀਂ ਪ੍ਰੋਟੈਸਟ ਕੀਤਾ, ਜਿਸ ਵਕਤ ਅਸੀਂ ਪ੍ਰੋਟੈਸਟ ਕੀਤਾ ਖੁੱਲ ਕੇ ਕੀਤਾ। ਤੁਸੀਂ ਇੱਕ ਵਾਰੀ ਕਿਉਂ ਨਹੀਂ ਪ੍ਰੋਟੈਸਟ ਕੀਤਾ? ਤੁਸੀਂ ਗੁਰੂ ਦੇ ਸਿੱਖ ਨਹੀਂ ਸੀਗੇ? ਕੈਨੇਡਾ ਦੇ ਭਾਈ ਜੈਤੇਜ ਸਿੰਘ ਅਨੰਤ ਸਿੱਖ ਵਿਦਵਾਨ ਅਤੇ ਫੋਟੋ ਪੱਤਰਕਾਰ ਅੱਜ ਵਿਸ਼ੇਸ਼ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਵਿਖੇ ਪਹੁੰਚੇ, ਜਿੱਥੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਅਦਾਰੇ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜੈਤੇਜ ਸਿੰਘ ਜੀ ਨੇ ਸਰਦਾਰ ਜਗਜੀਤ ਸਿੰਘ ਦਰਦੀ ਨੂੰ ਗਦਰ ਲਹਿਰ ਦੀ ਕਹਾਣੀ ਅਤੇ ਗਦਰੀ ਯੋਧੇ ਨਾਂ ਦੀ ਹੋਰ ਪੁਸਤਕਾਂ ਭੇਂਟ ਕੀਤੀਆਂ
ਅਦਾਰਾ ਚੜ੍ਹਦੀ ਕਲਾ ਪਹੁੰਚਣ ਤੇ ਸਰਦਾਰ ਜਗਜੀਤ ਸਿੰਘ ਦਰਦੀ ਨੇ ਭਾਈ ਜੈਤੇਗ ਅਨੰਤ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਸਰਦਾਰ ਦਰਦੀ ਨੇ ਭਾਈ ਜੈਤੇਗ ਜੀ ਬਾਰੇ ਦੱਸਦਿਆਂ ਕਿਹਾ ਕਿ ਉਹ ਇੱਕ ਅਜਿਹੇ ਸਿੱਖ ਵਿਦਵਾਨ ਨੇ ਜਿਨ੍ਹਾਂ ਨੇ ਖੋਜ ਕਰਕੇ ਅਜਿਹੇ ਸਿੱਖ ਵਿਦਵਾਨਾਂ ਬਾਰੇ ਲਿਖਿਆ ਜੋ ਗੁਰਮਤ ਨੂੰ ਵਰਸਾਈ ਸੀ ਪਰ ਇਤਿਹਾਸ ਵਿੱਚ ਅਣਗੌਲੇ ਸੀ। ਇਹਨਾਂ ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਦਰਦੀ ਨੇ ਕਿਹਾ ਕਿ ਸਿੱਖ ਸੁਤੰਤਰਤਾ ਸੈਲਾਨੀਆਂ ਵੱਲੋਂ ਆਜ਼ਾਦੀ ਦੀ ਲਹਿਰ ਵਿੱਚ ਪਾਏ ਵਡਮੁੱਲੇ ਯੋਗਦਾਨ ਬਾਰੇ ਵਿਦਵਤਾ ਭਰਪੂਰ ਜਾਣਕਾਰੀ ਇਸ ਪੁਸਤਕ ਵਿੱਚ ਦਿੱਤੀ ਗਈ ਹੈ। मैं दे संचालक जगजीत सिंह जी दर्दी, मैं उन्हां दी पूरे अदारे दा धन्नवादी हाँ। ये जिहड़ियां 2 पुस्तकां ने ये मेरियां हुण तक 16 पुस्तकां दे विच शुमार ने। गदर लहर दी कहानी ये साडी गदर लहर दी पहली शताब्दी नूं समर्पित है। फिलहाल इस बुलेटिन च इन्ना ही। देश दुनिया दी बाकी खबरां दी जानकारी लई तुसीं बने रहो चढ़दी कला टाइम टीवी न्यूज़ दे नाल। धन्नवाद।